ਧੰਨ ਵਾਹਿਗੁਰੂ ਸਾਹਿਬ ਜੀਓ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਉਮੈ ਦਾ ਰੋਗ ਮਨੁੱਖ ਨੂੰ ਧੁਰੋਂ ਹੀ ਮਿਲਿਆ। ਹਉਮੈ ਰੋਗ ਮਨੁੱਖ ਕੋ ਦੀਨਾ। ਔਰ ਹਉਮੈ ਦਾ ਹੀ ਕਾਰਨ ਹੈ ਰੱਬੀ ਵਿਛੋੜਾ ਸਾਰੀ ਜ਼ਿੰਦਗੀ ਬਣਿਆ ਰਹਿੰਦਾ ਹੈ। ਜਿਸ ਮਾਲਕ ਨੂੰ ਮਿਲਣ ਲਈ ਮਨੁੱਖਾ ਜਾਮਾ ਧਾਰਨ ਕਰਕੇ ਦੁਨੀ ਸੁਹਾਬੇ ਬਾਗ ਵਿੱਚ ਆਇਆ ਹੈ, ਉਸ ਅੰਦਰ ਮਿਲਾਪ ਹੀ ਨਹੀਂ ਹੋ ਸਕਦਾ, ਕਿਉਂਕਿ ਉਹਨੂੰ ਹੰਕਾਰੀ ਚੰਗਾ ਨਹੀਂ ਲੱਗਦਾ। ਹਰ ਜੀਉ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਅਗਲੀ ਗੱਲ ਇੱਕ ਬੜੀ ਪਿਆਰੀ ਹੈ। ਸਭ ਕਹਿੰਦੇ ਵੀ ਹੈਰਾਨੀ ਦੀ ਗੱਲ ਹੈ, ਮਨੁੱਖ ਹਉਮੈ ਹੰਕਾਰ ਮਾਣ ਇਹ ਤਾਂ ਬਹੁਤ ਚੀਜ਼ਾਂ ਦਾ ਕਰਦਾ ਹੈ। ਧਨ ਦਾ, ਆਪਣੇ ਗੁਣ ਦਾ, ਆਪਣੀ ਸੁਹੱਪਣ ਦਾ, ਬੜੀ ਤਰ੍ਹਾਂ ਦਾ ਮਾਣ ਹੰਕਾਰ ਮਨੁੱਖ ਦੇ ਜੀਵਨ ਵਿੱਚ ਹੈ। ਪਰ ਚੇਤੇ ਰੱਖਿਓ, ਸਭ ਤੋਂ ਖਤਰਨਾਕ ਹੰਕਾਰ ਮਨ ਦਾ ਹੈ। ਹੋ ਸਕਦਾ ਕਿਸੇ ਕੋਲ ਧਨ ਨਾ ਹੋਵੇ, ਉਹ ਕਾਹਦਾ ਹੰਕਾਰ ਕਰੇ। ਹੋ ਸਕਦਾ ਕਿਸੇ ਕੋਲ ਸੁਹੱਪਣ ਵੀ ਨਾ ਹੋਵੇ ਤੇ ਉਹ ਕਾਹਦਾ ਹੰਕਾਰ ਕਰੇ। ਹੋ ਸਕਦਾ ਕਿਸੇ ਦੇ ਜ਼ਾਤ ਬਰਾਦਰੀ, ਉੱਚਾ ਘਰਾਣਾ, ਉੱਚੀ ਪਦਵੀ ਨਾ ਹੋਵੇ ਤੇ ਉਹ ਕਾਹਦਾ ਹੰਕਾਰ ਕਰ ਸਕਦਾ। ਬਹੁਤਾਤ ਚੀਜ਼ਾਂ ਬਹੁਤਾਤ ਲੋਕਾਂ ਕੋਲ ਨਹੀਂ ਹੋ ਸਕਦੀਆਂ, ਪਰ ਐਸਾ ਤੇ ਕੋਈ ਵੀ ਨਹੀਂ ਜਿਹਦੇ ਕੋਲ ਮਨ ਨਾ ਹੋਵੇ। ਮਨ ਤੇ ਸਾਰਿਆਂ ਕੋਲ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਵਚਨ ਹੀ ਇਹ ਹੈ। ਹਜ਼ੂਰ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਔਰ ਕਿਹਾ ਵੀ ਉਹਨਾਂ ਲੋਕਾਂ ਨੂੰ ਜਿਹੜੇ ਧਰਮ ਦੀ ਦੁਨੀਆ 'ਚ ਵਿਚਰਦੇ ਨੇ, ਸਾਧੋ ਮਨ ਕਾ ਮਨ ਤਿਆਗੋ, ਕਿਉਂਕਿ ਮਨ ਦਾ ਮਨ ਤਿਆਗਣਾ ਔਖਾ ਹੈ। ਮਨ ਤੇ ਧਾਰਮਿਕ ਦੁਨੀਆ 'ਚ ਵੀ ਆਪਣਾ ਹੰਕਾਰ ਖੜਾ ਕਰ ਲੈਂਦਾ ਹੈ। ਮਨ ਦੇ ਕੋਲੋਂ ਮਨ ਦਾ ਤਿਆਗ ਕਰਨਾ ਬਹੁਤ ਔਖਾ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਬਚਨ ਆਸਾ ਕੀ ਵਾਰ ਵਿੱਚ ਆਪਾਂ ਬਹੁਤ ਵਾਰੀ ਸੁਣਦੇ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੀ। ਹਉਮੈ ਏਹੀ ਬੰਧਨਾ, ਫਿਰ ਜੋਨੀ ਪਾਈ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਹੈ, ਪਿਆ ਕਿਰਤ ਫਿਰਾਏ। ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁੱਖ ਜਾਏ। ਦੋ ਗੱਲਾਂ ਅਕਸਰ ਸਾਡੀ ਜ਼ਿੰਦਗੀ 'ਚ ਆਉਂਦੀਆਂ ਨੇ। ਇੱਕ ਹੁੰਦੀ ਹੈ ਦਵਾਈ, ਯਾਦ ਰੱਖੋ ਦਵਾਈ ਹਮੇਸ਼ਾ ਡਾਕਟਰ ਦਿੰਦਾ ਹੈ। ਇੱਕ ਹੁੰਦਾ ਸੰਜਮ, ਉਹ ਆਪ ਰੱਖਣਾ ਹੁੰਦਾ ਹੈ। ਪ੍ਰੀਕਾਸ਼ਨ ਆਪ ਲੈਣਾ ਹੈ। ਪ੍ਰੀਕਾਸ਼ਨ ਕੋਈ ਡਾਕਟਰ ਨਹੀਂ ਲੈ ਸਕਦਾ, ਦਵਾਈ ਡਾਕਟਰ ਦਿੰਦਾ ਹੈ। ਸਭ ਕਹਿੰਦੇ ਮੈਂ ਤੈਨੂੰ ਦਵਾਈ ਤੇ ਦੇ ਸਕਦਾ ਨਾਮ ਦੀ, ਪਰ ਨਾਮ ਦੀ ਦਵਾਈ ਲੈ ਕੇ ਉਹਦਾ ਪਰਹੇਜ਼ ਕਰਨਾ ਤੇ ਫਿਰ ਤੇਰਾ ਕੰਮ ਹੈ ਨਾ।
ਪਰਹੇਜ਼ ਕਰਨਾ ਤੇ ਤੇਰਾ ਕੰਮ ਹੈ। ਮੈਂ ਉਹੀ ਜਿਹੇ ਕਰਮ ਨਾ ਕਮਾਵਾਂ ਜਿਨ੍ਹਾਂ ਕਰਮਾਂ ਦੇ ਨਾਲ ਮੁੜ ਕੇ ਮੇਰੇ ਅੰਦਰ ਹੰਕਾਰ ਪੈਦਾ ਹੋਵੇ, ਹਉਮੈ ਪੈਦਾ ਹੋਵੇ। ਸਤਿਗੁਰੂ ਨੇ ਵਾਰ-ਵਾਰ ਗੁਰਬਾਣੀ ਵਿੱਚ ਇਹ ਜ਼ਿਕਰ ਕੀਤਾ ਹੈ। ਕਹਿਣ ਲੱਗੇ ਤੈਨੂੰ ਰੱਬ ਦਾ ਮਿਲਾਪ ਹੋਣਾ ਤੇ ਇੱਕ ਦੂਰ ਦੀ ਗੱਲ ਹੈ, ਤੈਨੂੰ ਤਾਂ ਰੱਬ ਦੀ ਪਹਿਚਾਣ ਨਹੀਂ ਹੋ ਸਕਦੀ ਜਿੰਨਾ ਚਿਰ ਹੰਕਾਰ ਨਹੀਂ ਛੱਡਦਾ। ਮਿਲਾਪ ਹੋਣਾ ਹੀ ਤਾਂ ਹੈ ਜੇ ਹੰਕਾਰ ਦਾ ਤਿਆਗ ਕਰੇਗਾ। ਬਹੁਤ ਐਸੇ ਬੱਚੇ ਨੇ, ਜੇ ਪ੍ਰਾਣੀ ਆਪਣੇ ਜੀਵਨ ਵਿੱਚ ਹੰਕਾਰ ਦਾ ਤਿਆਗ ਕਰਦਾ ਹੈ, ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਕਉ ਨਾਨਕ ਬੋ ਮੁਕਤ ਨਰ। ਇਹ ਮਨ ਸਾਚੀ ਮਾਨ, ਬਿਨਾਂ ਹਉਮੈ ਦੇ ਤਿਆਗ ਤੋਂ ਕਰਤੇ ਦੀ ਪਹਿਚਾਣ ਹੀ ਨਹੀਂ ਹੋਣੀ। ਵਿੱਚ ਕਿਵੇਂ ਜੁੜੇਗਾ, ਅਭੇਦ ਕਿਵੇਂ ਹੋਵੇਗਾ। ਹਉਮੈ ਜਾਈ ਤਾਂ ਕੰਤ ਸਮਾਈ। ਕਹਿੰਦੇ ਹਉਮੈ ਚਲੀ ਜਾਏ ਤਾਂ ਜਾ ਕੇ ਕੰਤ ਵਿੱਚ ਮਿਲਾਪ ਹੋ ਸਕਦਾ ਹੈ, ਮਾਲਕ ਵਿੱਚ ਮਿਲਾਪ ਹੋ ਸਕਦਾ ਹੈ। ਹਜ਼ੂਰ ਦਾ ਇੱਕ ਬਚਨ ਹੋਰ ਚੇਤੇ ਵਿੱਚ ਰੱਖਿਓ ਜੀ। ਮਾਲਕ ਜੀ ਆਖਦੇ ਨੇ, ਕਹਿੰਦੇ ਮੈਂ ਤੈਨੂੰ ਦੱਸਣਾ ਚਾਹੁੰਦਾ ਪੁੱਤ ਵੇ, ਤੇਰੇ ਜੀਵਨ ਵਿੱਚ ਇਹ ਗੁਣ ਆ ਜਾਣ। ਖੁਦੀ ਮਿਟੀ ਤਬ ਸੁਖ ਭਏ, ਮਨ ਧਨ ਭਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਜੋਗ। ਥੋੜੀ ਜਿਹੀ ਬੇਨਤੀ ਕਰਾਂ। ਇੱਕੋ ਇੱਕ ਵਿਕਾਰ ਹੈ ਜਿਹਦੀ ਗਿਣਤੀ 2 ਥਾਵਾਂ ਤੇ ਹੈ। ਆਮ ਕਰਕੇ ਤੁਸੀਂ ਕਾਮ ਦੀ ਗਿਣਤੀ ਕਾਮ ਵਿੱਚ ਹੀ ਲਿਖੋਗੇ, ਦੂਜੀ ਥਾਂ ਤੇ ਨਹੀਂ। ਪਰ ਕੱਲਾ ਇੱਕ ਅਹੰਕਾਰ ਹੈ ਜਿਹਦੀ ਗਿਣਤੀ 5 ਵਿਸ਼ੇ ਵਿਕਾਰਾਂ 'ਚ ਵੀ ਹੈ ਤੇ ਆਪਣੇ ਤੌਰ ਤੇ ਵੱਖਰੀ ਵੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਵੀ ਪੜ੍ਹਨੇ। ਪਰ ਨਾਲ ਹਉਮੈ ਦੀਰਘ ਰੋਗ ਹੈ, ਇਹ ਵੀ ਪੜ੍ਹਨੇ। ਹਉਮੈ ਦੀ ਗਿਣਤੀ ਵੱਖਰੀ ਵੀ ਹੈ। ਉਹਨਾਂ ਦਾ ਕਾਰਨ ਕੀ ਹੈ? ਹੰਕਾਰ ਦਾ ਅਰਥ ਹੁੰਦਾ ਜਿੱਥੇ ਕੱਲੀ ਮੈਂ ਹੈ। ਕੱਲੀ ਮੈਂ ਬਹੁਤੀ ਮਾੜੀ ਨਹੀਂ ਹੁੰਦੀ। ਪਰ ਹਉ ਦਾ ਅਰਥ ਹੈ ਮੈਂ ਦਾ ਅਰਥ ਹੈ ਮੈਂ। 2 ਮੈਂ ਹੋ ਗਈਆਂ। ਹਉ ਪਲੱਸ ਮੈਂ। ਜਿੱਥੇ ਬੰਦੇ ਦੇ ਮਨ ਵਿੱਚ ਭਾਵਨਾ ਜਾਗ ਪਵੇ ਵੀ ਸਿਰਫ ਮੈਂ ਹੀ ਮੈਂ ਹਾਂ, ਇਹ ਹੈ ਹਉਮੈ। ਇਹ ਨਹੀਂ ਵੀ ਇਕੱਲੇ ਨਾਂ ਲੈਣ। ਕਈ ਵਾਰੀ ਅਸੀਂ ਕਹਿੰਦੇ ਵੀ ਮੈਂ ਆਪਣੀ ਗੱਲ ਕਰਾਂ ਤੇ ਹੰਕਾਰ ਹੋ ਜਾਂਦਾ। ਨਹੀਂ, ਆਪਣੀ ਗੱਲ ਤੇ ਕਬੀਰ ਸਾਹਿਬ ਨੇ ਬੜੀ ਵਾਰੀ ਨਾਂ ਲੈ ਕੇ ਕੀਤੀ ਹੈ। ਆਪਣੀ ਗੱਲ ਤੇ ਸ਼ੇਖ ਫਰੀਦ ਨੇ ਬਹੁਤ ਵਾਰੀ ਨਾਂ ਲੈ ਕੇ ਕੀਤੀ ਹੈ। ਹਰ ਸ਼ਬਦ ਵਿੱਚ ਕਰੀਬ ਨਾਨਕ ਦਾ ਨਾਮ ਮਿਲ ਜਾਏਗਾ। ਗੱਲ ਕਦੇ ਨਾਮ ਦੀ ਨਹੀਂ ਹੈ, ਗੱਲ ਹੈ ਹਉ ਕਰਨ ਦੀ। ਭਈ ਇਕੱਲੀ ਮੇਰੀ ਗੱਲ ਹੋਵੇ, ਦੂਜੇ ਦੀ ਨਾ ਹੋਵੇ। ਯਕੀਨ ਕਰਕੇ ਜਾਣਿਓ, ਮਾਲਕ ਦੇ ਚਰਨਾਂ ਵਿੱਚ ਪਿਆਰ ਕੇਵਲ ਉਸੇ ਨੂੰ ਮਿਲਣਾ ਹੈ ਜਿਹਨੇ ਹੰਕਾਰ ਛੱਡ ਦਿੱਤਾ, ਜਿਹਨੇ ਹਉਮੈ ਨੂੰ ਤਿਆਗ ਦਿੱਤਾ, ਜਿਹਨੇ ਹਉਮੈ ਦੀ ਦਵਾਈ ਕੀ ਹੈ? ਗੁਰੂ ਸ਼ਬਦ ਕੋਲਾ ਮਨਾ, ਫਿਰ ਤੈਨੂੰ ਆਦਤ ਪਵੇਗੀ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। मैं नाही कश हूँ नाही, कश आगे ना मोरा, अवसर लज्जा राख लो सजना जन तोरा। मालिक जी तू किरपा कर, मैं हउमੈ ਨੂੰ ਕਿਵੇਂ ਕੱਢਾਂ? ਮੇਰੇ ਕੋਲੋਂ ਨਹੀਂ ਨਿਕਲਦੀ। ਇੱਕ ਹੱਥ ਆਪਣੇ ਆਪ ਨੂੰ ਕਿਵੇਂ ਧੋ ਸਕਦਾ ਹੈ? ਇੱਕ ਹੱਥ ਆਪਣੇ ਆਪ ਨੂੰ ਕਿਵੇਂ ਧੋ ਸਕਦਾ ਹੈ? ਮੇਰੀ ਤੇ ਹਾਲਤ ਹਉ ਵਿੱਚ ਭਰੀ ਹੈ, ਹਉ ਵਿੱਚ ਧੋਵੈ। ਮੈਂ ਆਪਣੇ ਆਪ ਨੂੰ ਔਗਣਾਂ ਨਾਲ ਭਰਦੇ ਹਉਮੈ ਨਾਲ ਲੈਣਾ, ਪਰ ਜਦੋਂ ਮੈਂ ਧੋਣ ਲੱਗਦਾ ਮੈਂ ਤਾਂ ਧੋਣ ਦਾ ਵੀ ਹੰਕਾਰ ਕਰ ਬੈਠਦਾ ਹੈ। ਮੇਰੇ ਤਾਂ ਹਰ ਕਰਮ ਦੇ ਪਿੱਛੇ ਹੰਕਾਰ ਜੁੜਿਆ ਹੋਇਆ, ਹਉਮੈ ਜੁੜੀ ਹੋਈ ਹੈ। ਤੂੰ ਕਿਰਪਾ ਕਰ ਦਾਤਿਆ, ਅੱਜ ਮੈਂ ਤੇਰੇ ਕੋਲ ਆਇਆ ਕਿਉਂਕਿ ਤੂੰ ਕਿਰਪਾ ਕਰ ਸਕਣਾ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ। ਅਹੰਗ ਰੋਗ ਬਹੁਤ ਖਤਰਨਾਕ ਹੈ। ਬੰਦਾ ਕਾਮ ਨੂੰ ਤਿਆਗ ਸਕਦਾ ਹੈ ਪਰ ਹੰਕਾਰ ਬਾਕੀ ਵੱਜ ਜਾਏਗਾ, ਮੈਂ ਕਾਮੀ ਨਹੀਂ। ਬੰਦਾ ਕ੍ਰੋਧ ਨੂੰ ਤਿਆਗ ਸਕਦਾ ਹੈ, ਹੰਕਾਰ ਬਾਕੀ ਵੱਜ ਜਾਏਗਾ, ਮੈਂ ਕ੍ਰੋਧੀ ਨਹੀਂ। ਬੰਦਾ ਹੰਕਾਰ ਨੂੰ ਵੀ ਤਿਆਗ ਦੇਵੇਗਾ, ਪਿੱਛੇ ਫਿਰ ਹਉ ਵੱਜ ਜਾਏਗੀ, ਮੈਂ ਹੰਕਾਰੀ ਨਹੀਂ। ਇਹ ਤੇ ਮਾਲਕ ਤੂੰ ਹੀ ਕਿਰਪਾ ਕਰ ਸਕਣਾ, ਮੇਰੇ ਕੋਲੋਂ ਨਹੀਂ ਹੋਣਾ। ਤੇਰੀ ਰਹਿਮਤ ਹੋਵੇ ਤੇ ਤਾਂ ਹੋ ਸਕਦਾ ਹੈ। ਮੈਨੂੰ ਪਤਾ ਵੀ ਤੇਰੇ ਦਰ ਤੇ ਨਿਰਮਾਣਤਾ ਹੀ ਕੰਮ ਆਉਣੀ ਹੈ। ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਬੜੀ ਪਿਆਰੀ ਰਵਾਈ ਲਿਖੀ ਸੀ ਕਿਸੇ ਵੇਲੇ, ਬੜੇ ਪਿਆਰੇ ਬੋਲ ਸਨ। ਉਹ ਕਹਿੰਦੇ ਇਉਂ ਸਮਝ ਲਓ ਭਈ ਰੱਬ ਦੇ ਦਰਬਾਰ ਵਿੱਚ ਇੱਕ ਦਿਨ ਉਹਨੇ ਸਾਰੇ ਜੀਵ ਇਕੱਠੇ ਕਰਕੇ ਆਖਿਆ ਵੀ ਤੁਸੀਂ ਮੈਨੂੰ ਆਪਣੇ ਦਿਲ ਦੀ ਗੱਲ ਦੱਸੋ, ਆਪਣੇ ਅੰਦਰ ਦੀ ਗੱਲ ਦੱਸੋ। ਤੇ ਸਾਰੇ ਬੋਲੇ। ਕੁਲ ਕਹਿਆ ਕੁਲ ਆਲਮ ਹੋਇਆ, ਫੁਰਮਾਇਆ ਕੁਝ ਗਾਓ,
अपनी अपनी बोली अंदर दिल दा हाल सुनाओ। कोई उच्ची कोई हौली बोले, एक बकरी मैं कीती, होया हुक्म कसाबां ताईं इस मेहनते छुरी टकाओ। मैं दा तक गला कटींदा, एक निकड़ी जिंद भोली, डर गई खौफ इलाही कोलों, मैं ना बोली। होया हुक्म मैना दे ताईं बादशाह हथ खेलो, डर गए मान निमाणा पावे संता ये गल खोली। वो कहंदे ने रब ने दरबार विच बुला के जीवा नूं पुछया जल्दी गल करो। एक बकरा मैं करन लग गया, कहंदी रब दा हुक्म हो गया भी तू अपनी मौत ते नहीं मरेगा, तू कसाई कोल ही मरेगा। हंकार आ चीज है, ये दिन रात मरदा है। हौमे दा धारनी दिन रात मरदा है। कहंदे एक मैना, तोते दी फीमेल नूं मैना कहंदे ने, कहंदे ਇਹਦੇ ਵਰਗਾ ਪੰਛੀ ਹੁੰਦਾ ਹੈ ਮੈਨਾ ਦੇ ਵਿੱਚ ਖੂਬੀ ਇਹ ਹੈ, ਜਦੋਂ ਪੁਰਾਣੇ ਸਮੇਂ ਤੇ ਰਾਜੇ ਦਾ ਖਾਣਾ ਟੈਸਟ ਹੁੰਦਾ ਸੀ, ਅੱਜ ਤੇ ਕਈ ਤਰ੍ਹਾਂ ਦੇ ਸਾਧਨ ਬਣ ਗਏ ਨੇ ਨਾ, ਉਦੋਂ ਰਾਜੇ ਨੂੰ ਕੋਈ ਪੋਇਜ਼ਨ ਨਾ ਦੇ ਦੇਵੇ ਵੀ ਅਗਲਾ ਗੱਦੀਦਾਰ ਬਣਨ ਵਾਸਤੇ, ਤੇ ਉਦੋਂ ਮੈਨਾ ਹੁੰਦੀ ਸੀ ਜਿਹੜੀ ਉਹਦੇ ਸਾਹਮਣੇ ਖਾਣਾ ਰੱਖਿਆ ਜਾਂਦਾ ਸੀ, ਤੇ ਉਹ ਜੇ ਉਹਦੇ 'ਚ ਜ਼ਹਿਰ ਹੋਵੇ ਮੈਨਾ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਸਨ। ਕਹਿੰਦੇ ਬਾਦਸ਼ਾਹ ਨੂੰ ਮੈਨਾ, ਜਿਹੜੇ ਬਾਦਸ਼ਾਹ ਸਨ ਉਹ ਮੈਨਾ ਨੂੰ ਬੜੇ ਪਿਆਰ ਨਾਲ ਪਾਲਦੇ ਸਨ ਵੀ ਇਹ ਮੇਰੀ ਜ਼ਿੰਦਗੀ ਬਚਾਉਂਦੀ ਹੈ। ਕਹਿੰਦੇ ਮੈਂ ਨਾ ਜਿੱਥੇ ਮੈਂ ਨਹੀਂ ਹੈ ਉਹ ਤਾਂ ਬਾਦਸ਼ਾਹ ਦੇ ਹੱਥ ਖੇਡਦੀ ਹੈ। ਮਨਾ ਜਿਸ ਦਿਨ ਤੇਰੇ 'ਚ ਮੈਂ ਨਾ ਰਹੀ, ਤੂੰ ਰੱਬ ਦੀ ਗੋਦ ਵਿੱਚ ਖੇਡੇਗਾ। ਸ਼ੇਖ ਸਾਦੀ ਨੇ ਇੱਕ ਬੜੀ ਪਿਆਰੀ ਗਾਥਾ ਲਿਖੀ ਹੈ, ਸਮਝਣ ਲਈ ਦੇਖੋ ਕਿੰਨੇ ਉਪਰਾਲੇ ਨੇ ਸਾਡੇ ਕੋਲ। ਸ਼ੇਖ ਸਾਦੀ 1333 ਵਿੱਚ ਹੋਇਆ। ईरान का बहुत बड़ा दार्शनिक फिलासफर सी। उन्हें एक वचन लिखा बड़ा प्यारा, कहते एक दुकान तो एक राजे ने कपड़ा खरीदिया, घर के परदे बनवाए, वो परदियां के कपड़े च थोड़ा जिहा कपड़ा बच गया। दर्जी बड़ा सियाणा सी, उन्हें एक झंडा बना दिता। कुछ समा कपड़ियां दे नाल ही झंडा भी उत्थे खलो पिया रहा, वो कपड़ा। अचानक किसी मुहिम ते जाना पिया, वो राजा झंडे नूं लेके डंडा पा के ते चला गया। 5-6 महीने लग गए उन्होंने बाहर विचरदियां, जंग हुई, शांति हुई, वापस आया। उहदा धुप्पां दे विच तुरदियां घट्टे मिट्टी विच उहदा रंग बदल गया। हुण जदों झंडा लिया के वापस अपनी थां ते रखिया, परदे दा कपड़ा उहनूं बोलदा है, कहंदा भलिया तू कौन है? झंडे दा कपड़ा कहंदा तू मैनूं भुल गया? पई कि हाँ, एक मालिक ने खरीदे, एक थां ते आए, एक दर्जी ने सीते, एक थां ते रहे। वो कहंदे भी तेरा हाल एडा बुरा क्यों हो गया? मैं देख मेरी सुहापण मेरी उमें, पर्दा ते हुण घर च लग्या होया सी। वो कहंदा सजना मैनूं अज पता लग्या है, तेरा सिर है नीवा, तेरा सिर है नीवा, पर्दे दा सिर नीवा है। तू मालिक दी दहलीज नाल लग्या होया, तू मालिक दी घर टिकिया रहा, तू नहीं गया बाहर, तू भटकना विच नहीं पिया, तू मालिक दी दहलीज नाल लग्या होया, तू घर ही रह गया, तेनू कोई रंग रूप नहीं गवाउणा पिया। मैनू वेख होए, मेरा सिर ऊंचा कर दिता, मेरे ऊंचे सिर दे कारण मैं लोकां दे खून डुलदे वेख के आया, मैं लोकां दे घर उजड़दे वेख के आया, मैं धुप्पां सह के आया, मैं दुख झल के आया ते अपना रूप भी गवा बैठा, मेरे कोल कुछ भी नहीं रह गया। यकीन करके जाने हो, ਜਿਹੜਾ ਨਿਮਰਤਾ ਨਾਲ ਮਾਲਕ ਦੇ ਦਰ ਤੇ ਰਹਿੰਦਾ ਬੜੀ ਕੀਮਤ ਪੈਂਦੀ ਜੇ, ਬੜੀ ਕੀਮਤ ਪੈਂਦੀ ਜੇ। ਹਜ਼ੂਰ ਨੇ ਇੱਕੋ ਹੀ ਗੱਲ ਮਨੁੱਖ ਦੀ ਝੋਲੀ ਵਿੱਚ ਬਾਰ-ਬਾਰ ਪਾਈ ਹੈ, ਬਾਕੀ ਤੇਰੇ ਗੁਨਾਹ ਮੈਂ ਮਾਫ ਕਰ ਦਿਆਂਗਾ, ਪਰ ਚੇਤਾ ਰੱਖੀ ਪੁੱਤ ਹੰਕਾਰ ਨਹੀਂ ਮੈਨੂੰ ਚੰਗਾ ਲੱਗਦਾ। ਕਰੇ ਗੁਮਾਨ ਚੁਭੇ ਤਿਸ ਸੂਲਾਂ को काडन को नाही, अजय सो चोब को बिलल बिल लाते, नरके कोर पचाही। बाबा पिरथी चंद रौला पाउंदा मैनू गुरगद्दी नहीं मिली। हजूर ने बचन आखे सन, कहन लगे भलिया कर हंकार न कब बच माना, धन को सांभत रहो महाना, जग व्यवहारन में चतराई। तू तो दुनिया के कामां च चलाकियां करता रह गया। जग व्यवहारन में चतराई, एक भी गुण नहीं ले गुरियाई। तेरे च तो एक भी गुण मैनू नजर नहीं आता तू गुरियाई ले सके, तेरे च तो एक भी दात नहीं मैनू नजर आती।
भगत कान्हा गुरु चरणा च आया, मेरी बाणी दर्ज कर लो। हजूर कहते सुना, कह लगे ओही रे मैं ओही रे, नारद सारद जाको सेवे, सब सेवे देवी देवा रे, ब्रह्मा विष्णु महेश आराध है, सब कर दे जाकी सेवा रे। हजूर कह लगे इत्थे तां तूं वालियां दी गल हो, मैं कहण वाले तां बाहर बथेरे फिरदे ने, मैं ते तूं कहण वालियां नूं इत्थे रखिया है। मना जे गुरु हों कहण वालियां दी बाणी भी नहीं दर्ज करदा ते तैनूं किवें प्रवान कर लेगा। अज गुरु तेग बहादुर साहब जी सानू रब दे नेड़े करन लई एक बहुत प्यारी दात बख्शिश कर रहे ने। जतन बहुत मैं कर रहे हो, ये नहीं मैं जतन नहीं कीते, बड़े जतन कीते, बड़े जतन कीते, बड़े उपराले कीते। मैं धार्मिक दुनिया विच गया, पाठ कीते, तीर्थां ते गया, तपस्या कीती, घर बार त्याग दिते, सब कुछ छੱਡ दिता। ओ दातिया, सब कुछ करन दे बावजूद भी अंदरों मान नहीं गया, हंकार नहीं गया। रोगी अपना इलाज खुद नहीं कर सकता। मैं भी हौमे दे रोग दा रोगी है, अज तेरे कोल आया। रोग भी एडा दीर्घ है, एडा वड्डा रोग है कि तेरी कृपा तो बिना नहीं होना। तू ही कर सकना है, तू ही बख्शिश कर सकना है। जतन बहुत मैं कर रहे हो, मिटियो ना मन को मान। मेरे मन का मान, मेरे मन का हंकार, मेरे मन की हौम है, ये नहीं मिटी सतगुरु। बड़ी भटकना विच पै के आ गया, बड़े जतन कीते। किरपा करो दुरमत स्यों नानक फदियो। मैं एक शब्द का सहारा होर लेना चाहूँगा फिर दोबारे। साधो मन का मान त्यागो, काम क्रोध संगत दुर्जन की तांते अहनस भागो। ओ दुरमत है, आ दुरमत विच मैं फसिया होया। काम तो मैं भी गुरमत वाले कर सकना है, पर मैं हंकार नहीं त्याग सकता। ये भी तो एक दुरमत है ना। दुरमत का अर्थ होंदा भैड़ी मत। तुसीं कदे वक्त मिलिया भाई कान सिंह नाभा दे विचों महान कोश विचों मनुख शब्द पढ़ियो। मनुख तो अगे मनुष्य को ले जाते हैं, मनुष्य तो अगे वो कहते हैं। मनुष्य का अर्थ है मन की औलाद। जिहड़ी साडी जिंदगी है ना, असीं मन की औलाद बने बैठे हैं। कबीर साहब ने बड़ा प्यारा बचन बख्शिश किया है, कहते कहो कबीर प्रगट भई खेड, लेले को चूंके नित भेड़। कहते प्रगट होगी गल, जिहड़ी अकल तो कम लेके मन नूं बस विच करना सी ना, इहने अपना मन ही अपनी अकल दे अधीन करन दी बजाय इहने अपनी अकल ही अपने मन दे अधीन कर ली। हुण गुरु मत ते दे सकदा है, अकल ते दे सकदा है, पर मन ते अपना है ना। मन ते गुरु नहीं ना कदे दिंदा। कदे जिक्र आया होवे, मैनूं ते पढ़न दा मौका नहीं मिलिया भई इहो जिहा शब्द मेरियां नज़रां सामने आया भी मन दिंदा गुरु। गुरु मन नहीं दिंदा, मन ते साडा है, पर अकल दिंदा गुरु भई तू अपने मन नूं काबू च किवें करना है। सतगुरु तू किरपा कर सकना है। दुरमत स्यों नानक फदियो। मैं दुरमत नाल फसिया बैठा है। मैनू तेरी लोड़ तां है क्योंकि जब फस जाए तो किसी दूजे की लोड़ पैंदी है। शब्दावली कितनी प्यारी है। दुरमत स्यों नानक फदियो, मैं फदिया बैठा है, मैं फसिया बैठा, अपने जतन नाल नहीं निकल सकता। राख लिहो भगवान। वाहिगुरू तू ते बड़ी समर्था का मालिक है, जिहड़े तेरी मदद लेंगे ने वो भटकदे नहीं। तू किरपा कर, अज मैनू ये ताकत बख्श, मैं हौमे दी गलवकड़ी विचों निकल के, हंकार दी गलवकड़ी विचों निकल के निरंकार दी गोद तक पहुँच सकां। गुरु किरपा करे असीं अंदरों हौं नूं त्याग के मालिक दा रूप बन सकीए, परमेश्वर दा रूप बन सकीए। इन्नी बेनतियां कबूल, भुल्लां दी खिमा,
ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।